ਇੰਜੀਨੀਅਰਿੰਗ ਮੈਥਮੈਟਿਕਸ 1 ਦੇ ਲੈਕਚਰਸ ਵਿੱਚ ਤੁਹਾਡਾ ਸਵਾਗਤ ਹੈ ਅਤੇ ਅੱਜ ਅਸੀਂ ਇਸ ਇਨਡਿਟਰਮੀਨੇਟ ਫਾਰਮ ਭਾਗ 2 ਨੂੰ ਜਾਰੀ ਰੱਖਾਂਗੇ ਅਤੇ ਇਹ ਲੈਕਚਰ ਨੰਬਰ 4 ਹੈ। ਅਸੀਂ ਸਿੰਗਲ ਵੇਰੀਏਬਲ ਦੇ ਡਿਫਰੈਂਸ਼ੀਅਲ ਕੈਲਕੂਲਸ ਅਤੇ ਫੰਕਸ਼ਨਸ ਬਾਰੇ ਚਰਚਾ ਕਰ ਰਹੇ ਹਾਂ ਅਤੇ ਅੱਜ ਇਨਫਿਨਿਟੀ ਮਾਈਨਸ ਇਨਫਿਨਿਟੀ ਪਾਵਰ ਇਨਫਿਨਿਟੀ ਪਾਵਰ 0 ਅਤੇ 1 ਪਾਵਰ ਇਨਫਿਨਿਟੀ ਦੇ ਇਸ ਇਨਡਿਟਰਮੀਨੇਟ ਫਾਰਮਸ ਬਾਰੇ ਚਰਚਾ ਕੀਤੀ ਜਾਏਗੀ। ਸਿਰਫ ਪਿਛਲੇ ਲੈਕਚਰ ਤੋਂ ਯਾਦ ਕਰਦਿਆਂ ਅਸੀਂ ਪਹਿਲਾਂ ਹੀ ਇਹਨਾਂ ਦੋ ਫਾਰਮਸ ਬਾਰੇ ਵਿਚਾਰ ਕਰ ਚੁੱਕੇ ਹਾਂ, ਜਾਂ ਇਸ ਕਿਸਮ ਦੇ ਇਹ ਦੋ ਇਨਡਿਟਰਮੀਨੇਟ ਫਾਰਮਸ ਜਿਵੇਂ ਕਿ 0 ਅਤੇ ਇਨਫਿਨਿਟੀ ਬਾਏ ਇਨਫਿਨਿਟੀ। ਉੱਥੇ ਅਸੀਂ ਕੀ ਦੇਖਿਆ ਹੈ ਕਿ ਇਹ ਐਲ ਹੋਸਪਿਟਲ ਰੂਲ ਬਹੁਤ ਮਦਦਗਾਰ ਸੀ ਜੋ ਕਹਿੰਦਾ ਹੈ ਕਿ ਇਸ f(x) ਅਤੇ g(x) ਦਾ ਅਨੁਪਾਤ ਜਿੱਥੇ f(x) ਅਤੇ g(x) ਦੋਵੇਂ ਜਾਂ ਤਾਂ ਦੋਵੇਂ 0 ਤੇ ਜਾਂਦੇ ਹਨ ਜਾਂ ਉਹ ਦੋਵੇਂ ਇਨਫਿਨਿਟੀ ਤੇ ਆ ਜਾਂਦੇ ਹਨ। ਇਸ ਲਈ ਇਸ ਸਥਿਤੀ ਵਿੱਚ ਇਸ ਅਨੁਪਾਤ ਦੀ ਲਿਮਿਟ ਡੈਰੀਵੇਟਿਵਜ਼ ਦੀ ਲਿਮਿਟ ਦੇ ਇਕੁਅਲ ਹੋਵੇਗੀ ਤਾਂ ਕਿ ਇਹ ਲਿਮਿਟ ਰਾਈਟ ਹੈਂਡ ਐਗਜ਼ਿਸਟ ਹੋਵੇਗੀ। ਅਤੇ ਅਸੀਂ ਇਹ ਵੀ ਵੇਖਿਆ ਹੈ ਕਿ ਅਸੀਂ ਇਸ ਪ੍ਰਕਿਰਿਆ ਨੂੰ ਕੰਟੀਨਿਊ ਕਰ ਸਕਦੇ ਹਾਂ ਬੇਸ਼ਰਤੇ ਕਿ ਇਸ f' ਅਤੇ g' ਦੀਆਂ ਸਾਰੀਆਂ ਕੰਡੀਸ਼ਨਸ ਸੰਤੁਸ਼ਟ ਹੋਣ ਅਤੇ ਦੁਬਾਰਾ ਸਾਡੇ ਕੋਲ ਇਹ ਸਥਿਤੀ ਹੋਵੇ ਕਿ ਇਹ f' ਅਤੇ g' ਦੋਵੇਂ 0 ਤੇ ਚਲੇ ਜਾਣ ਜਾਂ ਉਹ ਇਨਫਿਨਿਟੀ ਤੇ ਜਾਂਦੇ ਹਨ। ਇਸ ਲਈ ਉਸ ਸਥਿਤੀ ਵਿੱਚ ਰੂਲਜ਼ ਕਹਿੰਦੇ ਹਨ ਕਿ ਅਸੀਂ ਇਹ ਡਿਫਰੈਂਸ਼ੀਏਸ਼ਨ ਦੀ ਇਸ ਪ੍ਰਕਿਰਿਆ ਨੂੰ ਕੰਟੀਨਿਊ ਕਰ ਸਕਦੇ ਹਾਂ ਅਤੇ ਦੁਬਾਰਾ ਅਸੀਂ ਨਿਊਮਰੇਟਰ ਅਤੇ ਫਿਰ ਡਿਨੋਮੀਨੇਟਰ ਨੂੰ ਡਿਫਰੈਂਸ਼ੀਏਟ ਕਰ ਸਕਦੇ ਹਾਂ। ਜਦੋਂ ਤੱਕ ਅਸੀਂ ਇਸ ਲਿਮਿਟ ਨੂੰ ਪ੍ਰਾਪਤ ਨਹੀਂ ਕਰਦੇ ਉਦੋਂ ਤੱਕ ਅਸੀਂ ਲਿਮਿਟ ਲੈ ਸਕਦੇ ਹਾਂ। ਮਹੱਤਵਪੂਰਨ ਪੁਆਇੰਟ ਇਹ ਸੀ ਕਿ ਇਹਨਾਂ ਦੋ ਫੰਕਸ਼ਨਾਂ ਦੇ ਅਨੁਪਾਤ ਦੀ ਇਹ ਲਿਮਿਟ ਉਦੋਂ ਐਗਜ਼ਿਸਟ ਹੁੰਦੀ ਹੈ ਜਦੋਂ ਇਸ ਡੈਰੀਵੇਟਿਵ ਦਾ ਅਨੁਪਾਤ ਹੁੰਦਾ ਹੈ। ਇਸ ਲਈ ਇਹ ਲਿਮਿਟ ਇੱਥੇ ਐਗਜ਼ਿਸਟ ਕਰਦੀ ਹੈ, ਨਹੀਂ ਤਾਂ ਉਦਾਹਰਨ ਵਜੋਂ ਇਹ ਲਿਮਿਟ ਐਗਜ਼ਿਸਟ ਨਹੀਂ ਕਰਦੀ ਹੈ। ਅਸੀਂ ਇਹ ਦਾਅਵਾ ਨਹੀਂ ਕਰ ਸਕਦੇ ਕਿ ਇੱਥੇ f(x) ਓਵਰ g(x) ਦੇ ਅਨੁਪਾਤ ਦੀ ਅਸਲ ਲਿਮਿਟ ਐਗਜ਼ਿਸਟ ਨਹੀਂ ਕਰਦੀ ਹੈ। ਅੱਜ ਅਸੀਂ 0 ਦੀ ਕਿਸਮ ਨੂੰ ਇਨਫਿਨਿਟੀ ਵਿੱਚ ਇਨਡਿਟਰਮੀਨੇਟ ਫਾਰਮ ਵਿੱਚ ਕੰਟੀਨਿਊ ਰੱਖਾਂਗੇ। ਇਸ ਲਈ ਸਥਿਤੀ ਇਹ ਹੈ, ਮੰਨ ਲਓ ਕਿ f(x) 0 ਤੇ ਜਾਂਦਾ ਹੈ ਅਤੇ ਇਹ g(x) 0 ਤੇ ਜਾਂਦਾ ਹੈ ਅਤੇ 0 ਇਨਫਿਨਿਟੀ ਤੇ ਜਾਂਦਾ ਹੈ। ਮਾਫ਼ ਕਰਨਾ, ਜਿਵੇਂ ਕਿ x a ਤੇ ਜਾਂਦਾ ਹੈ ਫਿਰ ਇਹ f(x) ਦਾ ਪ੍ਰੋਡਕਟ ਇਸ g(x) x ਵਜੋਂ a ਵਿੱਚ ਜਾਂਦਾ ਹੈ ਇਨਡਿਟਰਮੀਨੇਟ ਹੁੰਦਾ ਹੈ ਕਿਉਂਕਿ ਇਹ ਬਿਲਕੁਲ 0 ਹੈ ਅਤੇ ਇਨਫਿਨਿਟੀ ਵਿੱਚ ਐਲ ਹੋਸਪਿਟਲ ਰੂਲ ਦੀ ਵਰਤੋਂ ਕਰਦਿਆਂ ਮੁਲਾਂਕਣ ਕਰਨਾ ਪਏਗਾ, ਜਿਸ ਦੀ ਪਿਛਲੇ ਲੈਕਚਰ ਵਿੱਚ ਚਰਚਾ ਕੀਤੀ ਗਈ ਹੈ। ਸੋ ਇਸ ਸਥਿਤੀ ਵਿੱਚ ਜਦੋਂ ਸਾਡੇ ਕੋਲ ਅਜਿਹਾ ਪ੍ਰੋਡਕਟ ਹੋਵੇ ਜਿੱਥੇ ਇੱਕ f(x) ਇਹ ਫੰਕਸ਼ਨ 0 ਤੇ ਜਾਂਦਾ ਹੈ ਅਤੇ ਦੂਜਾ ਇਨਫਿਨਿਟੀ ਤੇ ਜਾਂਦਾ ਹੈ, ਉਸ ਕੇਸ ਵਿੱਚ ਅਸੀਂ ਇਸ ਐਕਸਪ੍ਰੈਸ਼ਨ ਨੂੰ ਇੱਥੇ f(x) ਨੂੰ g(x) ਵਿੱਚ f(x) ਫਾਰਮ ਵਿੱਚ 1 ਓਵਰ g(x) ਦੇ ਨਾਲ ਡਿਵਾਈਡ ਕਰਕੇ ਦੁਬਾਰਾ ਲਿਖ ਸਕਦੇ ਹਾਂ। ਇਸ ਲਈ ਇਸ ਕੇਸ ਵਿੱਚ ਇੱਥੇ f(x) 0 ਤੇ ਜਾਂਦਾ ਹੈ ਅਤੇ ਫਿਰ ਇਹ 1 g(x) ਉੱਤੇ ਵੀ 0 ਹੋ ਜਾਏਗਾ। ਇਸ ਲਈ ਸਾਡੇ ਕੋਲ ਇੱਥੇ 0 ਬਾਏ 0 ਫਾਰਮ ਹੈ। ਅਸੀਂ ਇਸ ਫਾਰਮ ਵਿੱਚ ਦੁਬਾਰਾ ਵੀ ਲਿਖ ਸਕਦੇ ਹਾਂ ਕਿ ਅਸੀਂ ਇਸ g(x) ਨੂੰ ਨਿਊਮਰੇਟਰ ਅਤੇ ਡਿਨੋਮੀਨੇਟਰ ਵਿੱਚ ਰੱਖਦੇ ਹਾਂ। ਅਸੀਂ ਇਸ f(x) ਨੂੰ 1 ਓਵਰ f(x) ਲੈਂਦੇ ਹਾਂ। ਇਸ ਕੇਸ ਵਿੱਚ ਇਹ g(x) ਇਨਫਿਨਿਟੀ ਤੇ ਅਤੇ 1 ਓਵਰ f(x) ਤੇ ਜਾਂਦਾ ਹੈ। ਕਿਉਂਕਿ f(x) 0 ਤੇ ਜਾਂਦਾ ਹੈ ਤਾਂ ਇਹ ਟਰਮ 1 ਓਵਰ f(x) ਇਨਫਿਨਿਟੀ ਤੇ ਹੋਵੇਗੀ। ਇਸ ਲਈ ਸਾਡੇ ਕੋਲ ਇਨਫਿਨਿਟੀ ਓਵਰ ਇਨਫਿਨਿਟੀ ਫਾਰਮ ਹੈ ਅਤੇ ਕਿਸੇ ਵੀ ਕੇਸ ਵਿੱਚ ਅਸੀਂ ਜਾਣਦੇ ਹਾਂ ਕਿ ਅਸੀਂ ਐਲ ਹੋਸਪਿਟਲ ਰੂਲ ਲਾਗੂ ਕਰ ਸਕਦੇ ਹਾਂ ਤਾਂ ਐਲ ਹੋਸਪਿਟਲ ਰੂਲ ਨੂੰ ਲਾਗੂ ਕਰਕੇ ਅਸੀਂ ਲਿਮਿਟ ਪ੍ਰਾਪਤ ਕਰ ਸਕਦੇ ਹਾਂ ਕਿਉਂਕਿ ਅਸੀਂ ਪਿਛਲੇ ਲੈਕਚਰ ਵਿੱਚ ਪਹਿਲਾਂ ਹੀ ਸਿੱਖ ਚੁੱਕੇ ਹਾਂ ਕਿ ਅਜਿਹੀਆਂ ਫਾਰਮਸ ਜਾਂ ਇਨਫਿਨਿਟੀ ਓਵਰ ਇਨਫਿਨਿਟੀ ਨਾਲ ਕਿਵੇਂ ਨਜਿੱਠਣਾ ਹੈ। ਸੋ ਆਓ ਅਸੀਂ ਇੱਥੇ ਇੱਕ ਉਦਾਹਰਨ ਲਈਏ ਕਿ ਅਸੀਂ ਇਸ ਸਮੱਸਿਆ x sin 2 ਓਵਰ x ਅਤੇ x ਦੇ ਇਨਫਿਨਿਟੀ ਤੇ ਜਾਣ ਲਈ ਐਲ ਹੋਸਪਿਟਲ ਰੂਲ ਲਾਗੂ ਕਰਨਾ ਚਾਹੁੰਦੇ ਹਾਂ। ਸੋ ਇੱਥੇ ਸਾਡੇ ਕੋਲ x ਇਨਫਿਨਿਟੀ ਤੇ ਹੈ ਅਤੇ sin 2 ਓਵਰ x ਤਾਂ ਇਸ ਲਈ 2 ਓਵਰ x 0 ਤੇ ਜਾਂਦੇ ਹਨ। ਇਹ ਇਨਫਿਨਿਟੀ ਇਨਟੂ 0 ਫਾਰਮ ਹੈ। ਸੋ ਇਸ ਕੇਸ ਵਿੱਚ ਅਸੀਂ ਇਸ ਉਪਰੋਕਤ ਵਿਚਾਰ ਦੀ ਵਰਤੋਂ ਕਰਾਂਗੇ ਕਿ ਅਸੀਂ ਜਾਂ ਤਾਂ 0 ਓਵਰ 0 ਜਾਂ ਇਨਫਿਨਿਟੀ ਓਵਰ ਇਨਫਿਨਿਟੀ ਫਾਰਮ ਬਣਾ ਸਕਦੇ ਹਾਂ। ਸੋ ਇਸ ਕੇਸ ਵਿੱਚ ਅਸੀਂ ਇਸ x ਨੂੰ ਡਿਨੋਮੀਨੇਟਰ ਬਣਾ ਸਕਦੇ ਹਾਂ, ਜਿਵੇਂ 1 ਓਵਰ x ਅਤੇ ਫਿਰ sin 2 ਓਵਰ x ਹੈ। ਇਸ ਕੇਸ ਵਿੱਚ ਸਾਡੇ ਕੋਲ 0 ਬਾਏ 0 ਫਾਰਮ ਹੈ। ਸੋ sin 2x ਜਿਵੇਂ 2 ਓਵਰ x 0 ਤੇ ਜਾਂਦਾ ਹੈ ਅਤੇ 1 ਓਵਰ x ਵੀ 0 ਤੇ ਜਾਂਦਾ ਹੈ। ਇਸ ਕੇਸ ਵਿੱਚ ਇੱਥੇ ਅਸੀਂ ਹੁਣ ਐਲ ਹੋਸਪਿਟਲ ਰੂਲ ਲਾਗੂ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ
ਫਾਰਮ ਹੈ ਅਤੇ ਫਿਰ sin 2x ਦੇ ਡੈਰੀਵੇਟਿਵ cos 2x ਹੋ ਜਾਣਗੇ। ਅਤੇ 2/x ਦੇ ਡੈਰੀਵੇਟਿਵ -2/x ਸਕੁਏਅਰ ਹੋਣਗੇ ਅਤੇ ਇੱਥੇ -1/x ਸਕੁਏਅਰ ਹੋਵੇਗਾ। ਸੋ, ਹੁਣ ਸਿਚੁਏਸ਼ਨ ਇਹ ਹੈ ਕਿ 2/x ਸਕੁਏਅਰ ਅਤੇ ਇਹ 1/x ਸਕੁਏਅਰ ਹੈ, ਸੋ x ਸਕੁਏਅਰ ਟਰਮਜ਼ ਕੈਂਸਲ ਹੋ ਜਾਂਦੀਆਂ ਹਨ ਅਤੇ ਫਿਰ ਸਾਡੇ ਕੋਲ ਇੱਥੇ cos 2/x ਹੈ ਜਿੱਥੇ x ਇਨਫਿਨਿਟੀ ਤੇ ਜਾਂਦਾ ਹੈ ਸੋ x ਇਨਫਿਨਿਟੀ ਤੇ ਜਾਂਦਾ ਹੈ 2/x 0 ਤੇ ਜਾਂਦਾ ਹੈ ਅਤੇ cos 0 1 ਤੇ ਜਾਂਦਾ ਹੈ ਅਤੇ ਸਾਡੇ ਕੋਲ ਇੱਥੇ ਇਹ 2 ਹੈ ਤਾਂ ਲਿਮਿਟ 2 ਹੋਵੇਗੀ। ਜਿਵੇਂ ਕਿ ਅਸੀਂ ਪਿਛਲੀ ਸਲਾਈਡ ਵਿੱਚ ਵੇਖਿਆ ਹੈ ਕਿ ਭਾਵੇਂ ਇਹ ਐਲ ਹੋਸਪਿਟਲ ਰੂਲ ਜਾਂ ਇਨਫਿਨਿਟੀ ਬਾਏ ਇਨਫਿਨਿਟੀ ਫਾਰਮ ਤੇ ਲਾਗੂ ਹੋ ਸਕਦਾ ਹੈ, ਪਰ ਇਹ ਇੱਕ ਖਾਸ ਕੇਸ ਵਿੱਚ ਬਿਹਤਰ ਹੋ ਸਕਦਾ ਹੈ ਜਿਸਨੂੰ ਅਸੀਂ ਉਦਾਹਰਨ ਦੀ ਮਦਦ ਨਾਲ ਵੇਖਾਂਗੇ। 1 ਮਿੰਟ ਵਿੱਚ ਪੁਆਇੰਟ ਇਹ ਹੈ ਕਿ ਅਸੀਂ ਇਹਨਾਂ ਫਾਰਮਸ ਦੇ ਵਿੱਚ ਚੇਂਜ ਕਰ ਸਕਦੇ ਹਾਂ। ਉਦਾਹਰਨ ਲਈ, ਇਹ f/0/0 ਦਾ ਫਾਰਮ ਹੈ ਤਾਂ ਅਸੀਂ ਇਸ ਨੂੰ ਦੁਬਾਰਾ ਲਿਖ ਸਕਦੇ ਹਾਂ ਜਿਵੇਂ ਕਿ 1/g ਨੂੰ 1/f ਨਾਲ ਡਿਵਾਈਡ ਕੀਤਾ ਜਾਂਦਾ ਹੈ ਅਤੇ ਇਸ ਕੇਸ ਵਿੱਚ ਜੇਕਰ ਇਹ f ਅਤੇ g ਦੋਵੇਂ 0 ਤੇ ਜਾਂਦੇ ਹੋਣ ਤਾਂ ਇੱਥੇ ਸਾਡੇ ਕੋਲ ਇਨਫਿਨਿਟੀ ਬਾਏ ਇਨਫਿਨਿਟੀ ਫਾਰਮ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਜੇਕਰ f ਅਤੇ g ਦੋਵੇਂ ਇਨਫਿਨਿਟੀ ਤੇ ਜਾਂਦੇ ਹਨ ਤਾਂ ਉਸ ਕੇਸ ਵਿੱਚ 1/g ਨੂੰ 1/f ਨਾਲ ਡਿਵਾਈਡ ਕੀਤਾ ਜਾਂਦਾ ਹੈ। ਸਾਡੇ ਕੋਲ 0/0 ਫਾਰਮ ਹੋਵੇਗਾ ਸੋ ਅਸੀਂ ਇਹਨਾਂ ਦੋ ਫਾਰਮਸ 0/0 ਅਤੇ ਇਨਫਿਨਿਟੀ ਬਾਏ ਇਨਫਿਨਿਟੀ ਨੂੰ ਇੰਟਰਚੇਂਜ ਕਰ ਸਕਦੇ ਹਾਂ। ਇਹ ਉੱਥੇ ਡੈਰੀਵੇਟਿਵ ਦੀ ਸਹੂਲਤ ਤੇ ਡਿਪੈਂਡ ਹੋਵੇਗਾ। ਸੋ, ਨਮੂਨੇ ਲਈ ਅਸੀਂ ਇਸ ਉਦਾਹਰਨ ਨੂੰ ਕੰਸੀਡਰ ਕਰਦੇ ਹਾਂ। ਰਾਈਟ ਸਾਈਡ ਤੋਂ ਲਿਮਿਟ x 0 ਤੇ ਜਾਂਦਾ ਹੈ x ਪਾਵਰ n ਅਤੇ ln x ਨੈਚੁਰਲ ਲੋਗਰਿਦਮਿਕ n ਹੈ। ਸੋ ਇੱਥੇ n ਇੱਕ ਨੈਚੁਰਲ ਨੰਬਰ ਹੈ। ਇਸ ਕੇਸ ਵਿੱਚ ਇਸ ਨੂੰ 0/0 ਫਾਰਮ 'ਚ ਕੰਸੀਡਰ ਕਰਨਾ ਸੁਵਿਧਾਜਨਕ ਹੈ। ਮਾਫ਼ ਕਰਨਾ, ਇਨਫਿਨਿਟੀ ਬਾਏ ਇਨਫਿਨਿਟੀ ਫਾਰਮ ਸੋ ਅਸੀਂ ਇਸ ln x ਨੂੰ ਨਿਊਮਰੇਟਰ ਫਾਰਮ ਵਿੱਚ ਰੱਖਦੇ ਹਾਂ ਅਤੇ ਇਸ x ਪਾਵਰ n ਨੂੰ ਡਿਨੋਮੀਨੇਟਰ ਵਜੋਂ 1/x ਪਾਵਰ n ਫਾਰਮ ਵਿੱਚ ਲਿਆਉਂਦੇ ਹਾਂ। ਇਸ ਕੇਸ ਵਿੱਚ ਜਦੋਂ x 0 ਤੇ ਜਾਂਦਾ ਹੈ, ਨਿਊਮਰੇਟਰ ਇਨਫਿਨਿਟੀ ਤੇ ਜਾਂਦਾ ਹੈ ਅਤੇ ਇੱਥੇ ਡਿਨੋਮੀਨੇਟਰ ਵੀ ਇਨਫਿਨਿਟੀ ਤੇ ਜਾਂਦਾ ਹੈ ਸੋ ਸਾਡੇ ਕੋਲ ਇਨਫਿਨਿਟੀ ਬਾਏ ਇਨਫਿਨਿਟੀ ਫਾਰਮ ਹੈ। ਅਤੇ ਇਸ ਕੇਸ ਵਿੱਚ ਇਸ ln x ਦਾ ਡੈਰੀਵੇਟਿਵ 1/x ਅਤੇ 1/x ਪਾਵਰ n ਦਾ ਡੈਰੀਵੇਟਿਵ -n ਅਤੇ ਓਵਰ x ਪਾਵਰ n ਹੁੰਦਾ ਹੈ ਅਤੇ ਫਿਰ ਅਸੀਂ ਇਸ ਨੂੰ ਸਿੰਪਲੀਫਾਈ ਕਰ ਸਕਦੇ ਹਾਂ। ਸੋ, ਸਾਡੇ ਕੋਲ ਲਿਮਿਟ 0 ਹੈ ਕਿਉਂਕਿ ਇੱਥੇ ਸਾਡੇ ਕੋਲ x ਪਾਵਰ n + 1 ਹੈ ਅਤੇ n ਇੱਕ ਨੈਚੁਰਲ ਨੰਬਰ 1 2 3 ਹੈ ਸੋ ਇੱਥੇ ਜੋ ਵੀ n ਪ੍ਰਾਪਤ ਹੋਏਗਾ ਤਾਂ ਤੁਹਾਨੂੰ ਉੱਥੇ ਕੁਝ x ਪਾਵਰ ਮਿਲੇਗੀ ਅਤੇ x 0 ਤੇ ਜਾਏਗਾ ਤਾਂ ਇਹ ਵੀ 0 ਹੋ ਜਾਵੇਗਾ। ਪਰ, ਉਸੇ ਉਦਾਹਰਨ ਵਿੱਚ ਜੇ ਤੁਸੀਂ x ਪਾਵਰ n ਅਤੇ ਓਵਰ ln x ਨੂੰ ਕੰਸੀਡਰ ਕਰਦੇ ਤਾਂ 1/ln x ਦਾ ਡੈਰੀਵੇਟਿਵ ਉੱਥੇ ਇੱਕ ਸਮੱਸਿਆ ਪੈਦਾ ਕਰਦਾ ਹੈ ਅਤੇ ਨਿਸ਼ਚਤ ਹੀ ਇਹ ਇੰਨੀ ਸਿੰਪਲ ਕੈਲਕੂਲੇਸ਼ਨ ਨਾ ਹੁੰਦੀ ਇਸ ਲਈ ਸਾਨੂੰ ਧਿਆਨ ਦੇਣਾ ਹੋਏਗਾ ਕਿ ਕੀ 0/0 ਜਾਂ ਇਨਫਿਨਿਟੀ ਬਾਏ ਇਨਫਿਨਿਟੀ ਕਿਸੇ ਵਿਸ਼ੇਸ਼ ਉਦਾਹਰਨ ਵਿੱਚ ਸੁਵਿਧਾਜਨਕ ਹੈ। ਸੋ ਹੁਣ ਅਸੀਂ ਇਨਫਿਨਿਟੀ ਮਾਈਨਸ ਇਨਫਿਨਿਟੀ ਦੇ ਇਨਡਿਟਰਮੀਨੇਟ ਫਾਰਮ ਨੂੰ ਕੰਸੀਡਰ ਕਰਾਂਗੇ। ਮੰਨ ਲਓ ਕਿ f(x) ਇਨਫਿਨਿਟੀ ਤੇ ਜਾਂਦਾ ਹੈ ਅਤੇ g (x) ਇਨਫਿਨਿਟੀ ਤੇ ਜਾਂਦਾ ਹੈ ਜਿੱਥੇ x a ਤੇ ਜਾਂਦਾ ਹੈ ਤਾਂ ਇਹ f(x - g(x) ਇਹ ਡਿਫਰੈਂਸ ਜਿਵੇਂ ਕਿ x a ਤੇ ਜਾਂਦਾ ਹੈ ਜੋ ਇਨਡਿਟਰਮੀਨੇਟ ਹੈ ਕਿਉਂਕਿ ਸਾਡੇ ਕੋਲ ਇਨਫਿਨਿਟੀ ਮਾਈਨਸ ਇਨਫਿਨਿਟੀ ਫਾਰਮ ਹੈ ਅਤੇ ਅਸੀਂ ਪਿਛਲੇ ਲੈਕਚਰ ਵਿੱਚ ਵਿਚਾਰ ਕਰ ਚੁੱਕੇ ਹਾਂ ਕਿ ਇਹ ਇਨਫਿਨਿਟੀ ਮਾਈਨਸ ਇਨਫਿਨਿਟੀ ਫਾਰਮ ਇੱਕ ਇਨਡਿਟਰਮੀਨੇਟ ਫਾਰਮ ਹੈ ਅਤੇ ਸਾਨੂੰ ਅਜਿਹੀਆਂ ਲਿਮਿਟਸ ਦਾ ਮੁਲਾਂਕਣ ਕਰਦੇ ਹੋਏ ਕੇਅਰਫੁਲ ਰਹਿਣਾ ਚਾਹੀਦਾ ਹੈ। ਸੋ, ਦੁਬਾਰਾ ਅਸੀਂ ਇਸ f(x - g(x) ਟਰਮ ਨੂੰ ਲਿਖ ਸਕਦੇ ਹਾਂ। ਜੇ ਅਸੀਂ ਇੱਥੇ f(x - g(x) ਨੂੰ f(x into g(x) ਨਾਲ ਡਿਵਾਈਡ ਕਰਦੇ ਹਾਂ ਅਤੇ ਮਲਟੀਪਲਾਈ ਬਾਏ f(x into g(x) ਅਤੇ ਫਿਰ ਇੱਥੇ ਇਹ ਟਰਮ ਸਾਡੇ ਕੋਲ f(x ਓਵਰ g(x) ਅਤੇ -g(x ਓਵਰ f(x) ਹਨ ਅਤੇ ਮਲਟੀਪਲਾਈ ਬਾਏ ਇਸ f(x ਓਵਰ g(x) ਜੋ ਇਸ ਕੇਸ ਵਿੱਚ ਹੈ। ਸਾਡੇ ਕੋਲ ਇਹ ਸਿਚੁਏਸ਼ਨ ਹੈ ਅਤੇ ਫਿਰ ਕਿਉਂਕਿ g(x) ਅਤੇ f(x) ਦੋਵੇਂ ਇਨਫਿਨਿਟੀ ਤੇ ਜਾਂਦੇ ਹਨ ਸੋ ਸਾਡੇ ਕੋਲ ਇਹ 0 ਹੈ ਤਾਂ ਫਿਰ ਦੁਬਾਰਾ -0 ਹੈ ਤਾਂ ਇਹ 0 ਅਤੇ 1 ਓਵਰ ਇਨਡਿਟਰਮੀਨੇਟ ਫਾਰਮ ਨਹੀਂ ਹੈ ਤਾਂ 1 ਓਵਰ ਇਨਫਿਨਿਟੀ ਦੁਬਾਰਾ 0 ਹੈ ਸੋ ਸਾਡੇ ਕੋਲ ਇੱਥੇ 0/0 ਫਾਰਮ ਹੈ ਜਿਸਨੂੰ ਅਸੀਂ ਐਲ ਹੋਸਪਿਟਲ ਰੂਲ ਦੀ ਮਦਦ ਨਾਲ ਆਸਾਨੀ ਨਾਲ ਹੈਂਡਲ ਕਰ ਸਕਦੇ ਹਾਂ। ਇਸ ਕੇਸ ਵਿੱਚ ਆਓ ਅਸੀਂ ਦੁਬਾਰਾ ਇੱਕ ਉਦਾਹਰਨ ਲਈਏ ਜੇ ਸਾਡੇ ਕੋਲ ਲਿਮਿਟ x 0 ਤੇ ਜਾਂਦਾ ਹੈ 1 ਓਵਰ
x ਸਕੁਏਰ ਮਾਈਨਸ 1 ਓਵਰ ਸਾਈਨ ਸਕੁਏਰ x। ਸੋ ਇੱਥੇ ਕਿਉਂਕਿ x 0 ਤੇ ਜਾਂਦਾ ਹੈ ਇਸ ਲਈ ਸਾਡੇ ਕੋਲ ਇਹ 1 ਓਵਰ 0 ਜੋ ਇਨਫਿਨਿਟੀ ਤੇ ਜਾਂਦਾ ਹੈ ਅਤੇ ਮਾਈਨਸ ਦੁਬਾਰਾ 1 ਬਾਏ 0 ਇਨਫਿਨਿਟੀ ਤੇ ਜਾਂਦਾ ਹੈ ਇਸ ਲਈ ਸਾਡੇ ਕੋਲ ਇਸ ਸਮੱਸਿਆ ਵਿੱਚ ਇਨਫਿਨਿਟੀ ਮਾਈਨਸ ਇਨਫਿਨਿਟੀ ਫਾਰਮ ਹੈ। ਜਿਵੇਂ ਕਿ ਇੱਥੇ ਉੱਪਰ ਚਰਚਾ ਕੀਤੀ ਹੋਈ ਹੈ ਅਸੀਂ ਇਸ ਨੂੰ ਸਾਈਨ ਸਕੁਏਰ x ਅਤੇ ਇਸ ਮਾਈਨਸ x ਸਕੁਏਰ ਨੂੰ x ਸਕੁਏਰ ਸਾਈਨ ਸਕੁਏਰ x ਨਾਲ ਡਿਵਾਈਡ ਕਰਕੇ ਇਸ ਵਜੋਂ ਦੁਬਾਰਾ ਲਿਖ ਸਕਦੇ ਹਾਂ ਇਸ ਲਈ ਇਸ ਕੇਸ ਵਿੱਚ ਹੁਣ ਇਹ ਸਾਈਨ ਸਕੁਏਰ x 0 ਤੇ ਜਾਂਦਾ ਹੈ ਅਤੇ ਮਾਈਨਸ 0 ਹੋ ਜਾਂਦਾ ਹੈ ਇਸ ਲਈ ਸਾਡੇ ਕੋਲ 0 ਡਿਵਾਈਡਡ 0 ਹੈ। ਸੋ ਇਹ ਇਨਫਿਨਿਟੀ ਮਾਈਨਸ ਇਨਫਿਨਿਟੀ ਫਾਰਮ 0 ਬਾਏ 0 ਫਾਰਮ ਵਿੱਚ ਚੇਂਜ ਹੋ ਜਾਂਦਾ ਹੈ ਜੋ ਐਲ ਹੌਸਪਿਟਲ ਰੂਲ ਦੀ ਵਰਤੋਂ ਕਰਦਿਆਂ ਅਸੀਂ ਲਿਮਿਟ ਪ੍ਰਾਪਤ ਕਰ ਸਕਦੇ ਹਾਂ। ਇੱਥੇ ਹੋਰ ਅੱਗੇ ਵਧਦੇ ਹੋਏ ਜਦੋਂ ਅਸੀਂ ਐਲ ਹੌਸਪਿਟਲ ਰੂਲ ਨੂੰ ਲਾਗੂ ਕਰਨ ਤੋਂ ਪਹਿਲਾਂ ਇਸ ਨੂੰ ਲੈਂਦੇ ਹਾਂ ਤਾਂ ਅਸੀਂ ਇਸ ਐਕਸਪ੍ਰੈਸ਼ਨ ਨੂੰ ਇਸ ਰੂਪ ਵਿੱਚ ਦੁਬਾਰਾ ਲਿਖਦੇ ਹਾਂ ਇਸ ਲਈ ਅਸੀਂ ਉੱਥੇ ਇੱਕ x ਸਕੁਏਰ ਲੈਂਦੇ ਹਾਂ ਅਤੇ ਇੱਥੇ ਇੱਕ x ਸਕੁਏਰ ਨਾਲ ਡਿਵਾਈਡ ਕਰਦੇ ਹਾਂ। ਇਹ x ਸਕੁਏਰ ਅਤੇ ਸਾਈਨ ਸਕੁਏਰ ਟਰਮ ਇਕੱਠੇ ਅਤੇ ਫਿਰ ਬਾਕੀ ਇੱਥੇ ਸਾਈਨ ਸਕੁਏਰ x ਮਾਈਨਸ x ਸਕੁਏਰ। ਇੱਕ x ਸਕੁਏਰ ਪਹਿਲਾਂ ਹੀ ਸੀ ਅਤੇ ਇੱਕ ਜਿਸ ਨੂੰ ਅਸੀਂ ਡਿਵਾਈਡ ਕੀਤਾ ਹੈ ਇਸ ਲਈ ਸਾਡੇ ਕੋਲ x ਪਾਵਰ 4 ਹੈ। ਸੋ ਇਹ ਲਿਮਿਟ ਸਾਈਨ ਸਕੁਏਰ x ਮਾਈਨਸ x ਸਕੁਏਰ ਡਿਵਾਈਡਡ ਬਾਏ x ਸਕੁਏਰ ਸਾਈਨ ਸਕੁਏਰ x। ਅਸੀਂ ਇਸ ਨੂੰ x ਸਕੁਏਰ ਸਾਈਨ ਸਕੁਏਰ x ਦੀ ਲਿਮਿਟ ਅਤੇ ਸਾਈਨ ਸਕੁਏਰ x ਮਾਈਨਸ x ਸਕੁਏਰ ਓਵਰ x 4 ਦੀ ਲਿਮਿਟ ਦੀ ਫਾਰਮ ਵਿੱਚ ਦੁਬਾਰਾ ਲਿਖਿਆ ਹੈ। ਅਤੇ ਹੁਣ ਆਓ ਪਹਿਲਾਂ ਦੂਜੇ ਨੂੰ ਕੰਸੀਡਰ ਕਰੀਏ ਤਾਂ ਸਾਈਨ ਸਕੁਏਰ x ਮਾਈਨਸ x ਸਕੁਏਰ ਓਵਰ x 4 ਇਸ ਲਈ ਇਸ ਕੇਸ ਵਿੱਚ ਇੱਥੇ ਸਾਡੇ ਕੋਲ ਦੁਬਾਰਾ ਇਹ 0 ਬਾਏ 0 ਫਾਰਮ ਵਿੱਚ ਹੈ ਤਾਂ ਸਾਈਨ ਸਕੁਏਰ x 0 ਮਾਈਨਸ 0 ਤੇ ਜਾਂਦਾ ਹੈ ਅਤੇ ਫਿਰ 0 ਨਾਲ ਡਿਵਾਈਡ ਕਰ ਦਿੱਤਾ ਇਸ ਲਈ ਅਸੀਂ ਇੱਥੇ ਐਲ ਹੌਸਪਿਟਲ ਰੂਲ ਲਾਗੂ ਕਰ ਸਕਦੇ ਹਾਂ ਜੋ ਕਹਿੰਦਾ ਹੈ ਕਿ ਨਿਊਮਰੇਟਰ ਦਾ ਡੈਰੀਵੇਟਿਵ 2 ਟਾਈਮ ਸਾਈਨ x ਹੋਵੇਗਾ ਅਤੇ ਸਾਈਨ x ਦਾ ਡੈਰੀਵੇਟਿਵ ਕੋਸ x ਹੋਵੇਗਾ ਅਤੇ ਮਾਈਨਸ x ਸਕੁਏਰ ਦਾ ਡੈਰੀਵੇਟਿਵ 2x ਡਿਵਾਈਡਡ ਬਾਏ x ਪਾਵਰ 4 ਦਾ ਡੈਰੀਵੇਟਿਵ ਜੋ 4x ਪਾਵਰ 3 ਹੈ ਅਤੇ ਲਿਮਿਟ x 0 ਤੇ ਜਾਂਦਾ ਹੈ। ਇਸ ਲਈ ਦੁਬਾਰਾ ਇੱਥੇ ਸਾਡੇ ਕੋਲ ਸਾਈਨ 2x 2 ਸਾਈਨ x ਕੋਸ x ਸਾਈਨ 2x ਮਾਈਨਸ 2x ਡਿਵਾਈਡਡ ਬਾਏ 4x ਕਿਊਬ। ਸੋ ਸਾਈਨ 2x 0 ਮਾਈਨਸ ਤੇ ਜਾਂਦਾ ਹੈ ਇਹ x 0 ਤੇ ਜਾਂਦਾ ਹੈ ਸੋ ਅਸੀਂ ਦੁਬਾਰਾ 0 0 0 ਬਾਏ 0 ਫਾਰਮ ਦੇ ਨਾਲ ਅੰਤ ਕਰਦੇ ਹਾਂ ਜਿਸ ਨੂੰ ਅਸੀਂ ਦੁਬਾਰਾ ਡਿਫਰੈਂਸ਼ੀਏਟ ਕਰਨਾ ਹੈ ਇਸ ਲਈ ਇੱਥੇ ਸਾਡੇ ਕੋਲ ਸਾਈਨ 2x ਹੈ ਜੋ ਕਿ 2 ਕੋਸ 2x ਬਣ ਜਾਏਗਾ ਅਤੇ ਮਾਈਨਸ ਇਸ 2x ਦਾ ਡੈਰੀਵੇਟਿਵ ਸਿਰਫ 2 ਅਤੇ 4x ਕਿਊਬ ਜੋ 12x ਸਕੁਏਰ ਬਣ ਜਾਏਗਾ। ਹੁਣ ਇੱਥੇ ਜਦੋਂ ਅਸੀਂ ਇਸ ਲਿਮਿਟ ਨੂੰ ਦੁਬਾਰਾ ਚੈੱਕ ਕਰਦੇ ਹਾਂ ਤਾਂ 2 ਟਾਈਮਸ ਕੋਸ 2x ਅਤੇ x 0 ਤੇ ਜਾਂਦੇ ਹਨ ਇਸ ਲਈ ਇਹ 1 ਹੈ 2 ਮਾਈਨਸ 2 ਜੋ ਕਿ 0 ਹੈ। ਸੋ ਦੁਬਾਰਾ ਸਾਡੇ ਕੋਲ 0 ਬਾਏ 0 ਫਾਰਮ ਹੈ। ਪਰ ਹੁਣ ਅਸੀਂ ਕੀ ਕਰ ਸਕਦੇ ਹਾਂ ਅਸੀਂ ਥੋੜਾ ਸਿੰਪਲੀਫਾਈ ਕਰ ਸਕਦੇ ਹਾਂ ਤਾਂ ਜੋ ਅਸੀਂ ਕੋਸ 2x ਨੂੰ ਨੀਚੇ ਲਿਖ ਸਕੀਏ। ਮੈਨੂੰ ਇੱਥੇ ਲਿਖ ਕੇ ਦੱਸਣ ਦਿਓ। ਤਾਂ ਇਸ ਕੋਸ 2x ਟਰਮ ਨੂੰ ਅਸੀਂ 1 ਮਾਈਨਸ 2 ਸਾਈਨ ਸਕੁਏਰ x ਫਾਰਮ ਵਿੱਚ ਲਿਖ ਸਕਦੇ ਹਾਂ ਅਤੇ ਫਿਰ ਤੁਹਾਡੇ ਕੋਲ ਉੱਥੇ ਮਾਈਨਸ 1 ਹੈ ਤਾਂ ਜੋ ਅਸੀਂ 2 ਨੂੰ ਕਾਮਨ ਲੈ ਸਕੀਏ ਅਤੇ ਅਸੀਂ ਇਸ 12 ਨੂੰ ਇੱਥੇ ਡਿਵਾਈਡ ਕਰਾਂਗੇ ਇਸ ਲਈ ਇਹ 1 ਮਾਈਨਸ 1 ਕੈਂਸਲ ਹੋ ਜਾਵੇਗਾ ਅਤੇ ਸਾਡੇ ਕੋਲ ਮਾਈਨਸ 2 ਇਹ ਸਾਈਨ ਸਕੁਏਰ x ਅਤੇ ਡਿਵਾਈਡਡ ਬਾਏ ਨੂੰ 6 x ਸਕੁਏਰ ਹੈ ਇਸ ਲਈ ਇਹ 1 ਬਾਏ 3 ਇਹ ਮਾਈਨਸ 1 ਬਾਏ 3 ਅਤੇ ਫਿਰ ਇੱਥੇ ਸਾਡੇ ਕੋਲ ਲਿਮਿਟ x ਗੋਜ਼ ਟੂ 0 ਸਾਈਨ ਸਕੁਏਰ x ਓਵਰ x ਸਕੁਏਰ ਹੈ। ਅਤੇ ਹੁਣ ਇੱਥੇ ਇਹ ਲਿਮਿਟ x ਗੋਜ਼ ਟੂ 0 ਸਾਈਨ ਸਕੁਏਰ x ਓਵਰ x ਸਕੁਏਰ ਉਸ ਦੇ ਸਿਮਿਲਰ ਹੈ ਜੋ ਕਿ ਸਾਡੇ ਕੋਲ ਸੀ x ਸਕੁਏਰ ਓਵਰ ਸਾਈਨ ਸਕੁਏਰ x ਅਤੇ ਅਸੀਂ ਇਹ 1 ਮਿੰਟ ਵਿੱਚ ਦੇਖਾਂਗੇ ਕਿ ਇਹ ਦੋਵੇਂ ਲਿਮਿਟਸ ਨੂੰ ਇੱਕੋ ਤਰੀਕੇ ਨਾਲ ਹੈਂਡਲ ਕੀਤਾ ਜਾ ਸਕਦਾ ਹੈ। ਸੋ ਜੋ ਸਾਡੇ ਕੋਲ ਹੈ ਇਸ ਨੂੰ ਕੰਸੀਡਰ ਕਰਦੇ ਹਾਂ ਅਸੀਂ ਸਾਈਨ ਸਕੁਏਰ x ਓਵਰ x ਸਕੁਏਰ ਨੂੰ ਕੰਸੀਡਰ ਕਰ ਸਕਦੇ ਹਾਂ ਦੋਵਾਂ ਦਾ ਨਤੀਜਾ ਇੱਕੋ ਲਿਮਿਟ ਦੇ ਬਰਾਬਰ ਹੋਵੇਗਾ ਇਸ ਲਈ ਲਿਮਿਟ x ਗੋਜ਼ ਟੂ 0 x ਸਕੁਏਰ ਓਵਰ ਸਾਈਨ ਸਕੁਏਰ x ਨੂੰ ਕੰਸੀਡਰ ਕਰਦੇ ਹਾਂ ਅਤੇ ਇਸ ਕੇਸ ਵਿੱਚ ਅਸੀਂ ਦੁਬਾਰਾ ਐਲ ਹੌਸਪਿਟਲ ਰੂਲ ਲਾਗੂ ਕਰ ਸਕਦੇ ਹਾਂ ਕਿਉਂਕਿ ਇਹ 0 ਓਵਰ 0 ਫਾਰਮ ਹੈ ਅਤੇ ਫਿਰ ਸਾਡੇ ਕੋਲ ਇੱਥੇ
ਲਿਮਿਟ ਹੈ, ਇਸ ਲਈ x ਸਕੁਏਅਰ ਦਾ ਡੈਰੀਵੇਟਿਵ 2x ਹੋ ਜਾਵੇਗਾ ਅਤੇ ਫਿਰ sin ਸਕੁਏਅਰ x ਸਾਨੂੰ 2 sin x cos x ਦੇਵੇਗਾ। ਇੱਥੇ ਸਾਡੇ ਕੋਲ ਦੁਬਾਰਾ 0/0 ਫਾਰਮ ਹੈ। ਅਤੇ ਫਿਰ, ਇਸ ਲਈ ਨਿਊਮਰੇਟਰ ਦੇ ਡੈਰੀਵੇਟਿਵ ਤੋਂ ਸਾਨੂੰ 2 ਮਿਲੇਗਾ ਅਤੇ ਡਿਨੋਮੀਨੇਟਰ ਦਾ ਡੈਰੀਵੇਟਿਵ ਜੋ sin 2x ਹੈ ਸਾਨੂੰ 2 ਟਾਈਮਸ cos 2x ਦੇਗਾ। ਹੁਣ ਜੇ ਅਸੀਂ ਇੱਥੇ ਲਿਮਿਟ ਲਈਏ ਤਾਂ x goes to 0 ਹੈ ਤਾਂ cos 0 1 ਹੈ ਤੇ 2/2 ਲਿਮਿਟ 1 ਹੁੰਦੀ ਹੈ। ਜੇ ਇਹੀ ਅਸੀਂ sin ਸਕੁਏਅਰ x ਓਵਰ x ਲਈ ਕੰਸੀਡਰ ਕਰਦੇ ਹਾਂ ਤਾਂ ਇਹ ਬਿਲਕੁਲ ਉਸੇ ਫਾਰਮ ਵਿੱਚ ਨਤੀਜਾ ਦੇਵੇਗਾ ਅਤੇ ਲਿਮਿਟ 1 ਹੋ ਜਾਏਗੀ। ਕਿਉਂਕਿ ਸਾਡੇ ਕੋਲ ਸਿਰਫ ਉਲਟਾ ਹੈ, ਨਿਊਮਰੇਟਰ ਡਿਨੋਮੀਨੇਟਰ ਬਣ ਜਾਵੇਗਾ ਅਤੇ ਡਿਨੋਮੀਨੇਟਰ ਨਿਊਮਰੇਟਰ ਬਣ ਜਾਵੇਗਾ ਅਤੇ ਇਹ ਲਿਮਿਟ 1 ਦੇ ਨਾਲ ਖਤਮ ਹੋਵੇਗੀ। ਸੋ, ਇੱਥੇ ਹੁਣ ਅਸਲ ਲਿਮਿਟ ਤੇ ਵਾਪਸ ਆਉਂਦੇ ਹਾਂ ਤਾਂ ਇਹ ਲਿਮਿਟ x goes to 0 sin ਸਕੁਏਅਰ ਓਵਰ sin ਸਕੁਏਅਰ x 1 ਹੈ। ਅਤੇ ਦੂਜੀ ਟਰਮ ਜੋ ਅਸੀਂ ਮੁਲਾਂਕਣ ਕੀਤੀ ਹੈ ਲਈ ਲਿਮਿਟ ਜੋ ਕਿ -3 ਸੀ ਅਤੇ ਇਹ 1 ਬਣ ਜਾਂਦੀ ਹੈ। ਸੋ ਇੱਥੇ ਲਿਮਿਟ 1 ਓਵਰ x ਸਕੁਏਅਰ ਅਤੇ -1 ਓਵਰ sin ਸਕੁਏਅਰ x -1/3 ਇਹ -1/3 ਇਹ 1 ਹੈ ਅਤੇ ਇਹ -1/3 ਹੈ, ਇਸ ਲਈ ਲਿਮਿਟ -1/3 ਹੋ ਗਈ ਹੈ। ਹੁਣ ਅਗਲੀ ਉਦਾਹਰਨ ਦੁਬਾਰਾ ਅਜਿਹਾ ਨੇਚਰ ਹੋਵੇਗਾ ਜਿਵੇਂ x goes to -infinity x plus 1 ਓਵਰ ਲੋਗਰਿਥਮਿਕ 1 ਓਵਰ x। ਇਸ ਸਥਿਤੀ ਵਿੱਚ ਪ੍ਰਸ਼ਨ ਇਹ ਹੈ ਕਿ ਜਦੋਂ x goes to infinity ਹੋਵੇ ਤਾਂ ਇਹ ਐਕਸਪ੍ਰੈਸ਼ਨ ਕਿਸ ਫਾਰਮ 'ਚ ਹੋਵੇਗਾ। ਸੋ ਆਓ ਅਸੀਂ ਇੱਥੇ x goes to infinity ਦੀ ਜਾਂਚ ਕਰੀਏ ਤਾਂ ਸਾਡੇ ਕੋਲ ਇੱਥੇ ਇਨਫਿਨਿਟੀ ਹੈ। ਹੁਣ ਇਹ ਲਿਮਿਟ 1 ਓਵਰ ln 1 ਓਵਰ x goes to infinity ਹੈ। ਇਸ ਲਈ, ਇੱਥੇ ਸਾਨੂੰ ਧਿਆਨ ਰੱਖਣਾ ਪਏਗਾ ਜਦੋਂ x goes to infinity ਹੋਵੇ ਤਾਂ ਇਹ ਐਕਸਪ੍ਰੈਸ਼ਨ 1 ਕੁਝ ਹੋਵੇਗਾ। ਅਤੇ ਜੋ ਇੱਥੇ 1 ਓਵਰ x ਹੈ ਜੋ 1 ਤੋਂ ਘੱਟ ਹੈ। ਅਤੇ ਲੋਗਰਿਥਮਿਕ ln ਹੈ। ਸੋ ਜੇ ਅਸੀਂ ਗ੍ਰਾਫ ਬਣਾਉਂਦੇ ਹਾਂ ਤਾਂ ਇੱਥੇ ਇਹ 1 ਹੈ ਤਾਂ 1 ਤੋਂ ਘੱਟ ਲੋਗਰਿਥਮਿਕ ਦੀ ਵੈਲਿਊ ਨੈਗੇਟਿਵ ਹੁੰਦੀ ਹੈ, ਇਸ ਲਈ ਇਹ ਡਿਨੋਮੀਨੇਟਰ ਵਿੱਚ ln 1 ਓਵਰ x ਦੇ ਸਾਰੇ ਵੈਲਿਊ ਨੈਗੇਟਿਵ ਹਨ ਤਾਂ ਜਦੋਂ x goes to infinity ਹੋਵੇ ਤਾਂ ਇਹ 1 ਤੇ ਜਾ ਰਿਹਾ ਹੈ ਪਰ 1 ਓਵਰ ਅਤੇ ਇਹ ਸਾਰੇ ਵੈਲਿਊ ਨੈਗੇਟਿਵ ਸਨ, ਇਸ ਲਈ 1 ਓਵਰ 0 ਇਹ ਅਸਲ ਵਿੱਚ ਇਨਫਿਨਿਟੀ ਵੱਲ ਝੁਕ ਰਿਹਾ ਹੈ। ਸਾਡੇ ਕੋਲ ਉੱਥੇ ਕੀ ਹੈ? ਇਹ ਇਨਫਿਨਿਟੀ ਫਾਰਮ ਹੈ ਅਤੇ ਇਸ ਕਰਕੇ ਅਸੀਂ ਲਾਗੂ ਕਰ ਸਕਦੇ ਹਾਂ। ਦੁਬਾਰਾ ਮੈਂ ਨੀਚੇ ਲਿਖ ਦਿੱਤਾ ਹੈ ਤਾਂ ਕਿ ਇੱਥੇ ਇਹ ਟਰਮ 1 ਓਵਰ ln 1 ਓਵਰ x ਇਨਫਿਨਿਟੀ ਦੇ ਬਰਾਬਰ ਹੈ, ਇਸ ਲਈ ਸਾਡੇ ਕੋਲ ਇਨਫਿਨਿਟੀ ਫਾਰਮ ਹੈ। ਅਤੇ ਹੁਣ ਅਸੀਂ ਬਿਲਕੁਲ ਪਹਿਲਾਂ ਕੀਤੀ ਉਦਾਹਰਨ ਦੀ ਤਰ੍ਹਾਂ ਚੱਲਾਂਗੇ ਤਾਂ ਸਾਡੇ ਕੋਲ x ਓਵਰ ln 1 ਓਵਰ x ਹੈ। ਅਸੀਂ ਇਸ ਨੂੰ x ਇਨਟੂ ln 1 ਓਵਰ x ਪਲਸ ਇਹ 1 ਅਤੇ ਡਿਵਾਈਡਡ ਬਾਏ ਇਸ ਨੂੰ ln 1 ਓਵਰ x ਵਜੋਂ ਦੁਬਾਰਾ ਲਿਖ ਸਕਦੇ ਹਾਂ। ਸਾਨੂੰ ਦੁਬਾਰਾ ਜਾਂਚ ਕਰਨ ਦੀ ਲੋੜ ਹੈ ਕਿ ਹੁਣ ਇੱਥੇ ਕੀ ਲਿਮਿਟ ਹੈ। ਜਦੋਂ x goes to infinity ਹੋਵੇ ਤਾਂ ਇਹ ਵਾਲਾ ln 1 goes to 0 ਹੋਵੇਗਾ। ਇੱਥੇ ਸਾਡੇ ਕੋਲ ਹੁਣ 0 ਹੈ। ਹੁਣ ਇਹ ਵਾਲਾ x ਇਨਟੂ ln ਅਤੇ 1 ਓਵਰ x ਜਿੱਥੇ ਲਿਮਿਟ x goes to infinity ਹੈ। ਸੋ ਇਸ ਕੇਸ ਵਿੱਚ ਸਾਡੇ ਕੋਲ ਇੱਥੇ ਇਨਫਿਨਿਟੀ ਹੈ ਅਤੇ ਫਿਰ ln 1 0 ਹੈ, ਇਸ ਲਈ ਸਾਨੂੰ ਇਸ ਨੂੰ ਦੁਬਾਰਾ ਲਿਖਣਾ ਪਏਗਾ ਜਿਵੇਂ ਲਿਮਿਟ x goes to infinity ਅਤੇ ln 1 ਓਵਰ x 1 ਓਵਰ x ਡਿਵਾਈਡਡ ਬਾਏ 1 ਓਵਰ x ਹੋਵੇਗਾ। ਹੁਣ ਇਹ goes to ln ਹੈ ਜੋ ਕਿ 0 ਹੈ ਅਤੇ ਇੱਥੇ ਵੀ 0 ਹੈ, ਇਸ ਲਈ ਸਾਡੇ ਕੋਲ 0/0 ਫਾਰਮ ਹੈ ਅਤੇ ਅਸੀਂ ਐਲ ਹੌਸਪਿਟਲ ਰੂਲ ਨੂੰ ਲਾਗੂ ਕਰ ਸਕਦੇ ਹਾਂ। ਇਸ ਲਈ ਇੱਥੇ ln 1 ਓਵਰ x ਡੈਰੀਵੇਟਿਵ x ਓਵਰ x -1 ਬਣ ਜਾਵੇਗਾ ਅਤੇ ਇਸ ਟਰਮ ਦਾ ਡੈਰੀਵੇਟਿਵ ਜੋ ਕਿ 1/x ਸਕੁਏਅਰ ਹੈ। ਅਤੇ ਫਿਰ ਸਾਡੇ ਕੋਲ 1 ਓਵਰ x ਸਕੁਏਅਰ ਵੀ ਹੈ ਜਿਸ ਦਾ ਮਾਈਨਸ ਸਾਈਨ ਹੈ, ਇਸ ਲਈ ਇਹ ਕੈਂਸਲ ਹੋ ਜਾਂਦਾ ਹੈ ਅਤੇ ਫਿਰ ਸਾਡੇ ਕੋਲ ਮਾਈਨਸ ਸਾਈਨ ਨਾਲ x ਅਤੇ ਫਿਰ -1 ਪਲੱਸ 1 ਡਿਵਾਈਡਡ ਬਾਏ x -1। ਸੋ ਜਿਸ ਨੂੰ ਅਸੀਂ 1 ਪਲੱਸ 1 ਓਵਰ x -1 ਲਿਖ ਸਕਦੇ ਹਾਂ। ਅਤੇ ਜਦੋਂ ਲਿਮਿਟ x goes to infinity ਹੋਵੇ ਤਾਂ ਇਹ goes to 0 ਹੈ ਅਤੇ ਸਾਨੂੰ ਇਹ ਲਿਮਿਟ ਇੱਥੇ -1 ਦੇ ਰੂਪ ਵਿੱਚ ਮਿਲਦੀ ਹੈ। ਸੋ ਇਸ ਕੇਸ ਵਿੱਚ
ਸਾਡੇ ਕੋਲ 1 ਮਾਈਨਸ 1 0 ਹੈ ਅਤੇ ਡਿਵਾਈਡਡ ਬਾਏ 0 ਹੈ। ਇਹ ਮੂਲ ਰੂਪ ਵਿੱਚ 0 ਬਾਏ 0 ਫਾਰਮ ਹੈ ਅਤੇ ਹੁਣ ਅਸੀਂ ਐਲ ਹੌਸਪੀਟਲ ਰੂਲ ਨੂੰ ਲਾਗੂ ਕਰ ਸਕਦੇ ਹਾਂ ਤਾਂ ਸਾਨੂੰ ਇਸ ਟਰਮ ਦੇ ਅਤੇ ਇਸ ਟਰਮ ਡੈਰੀਵੇਟਿਵ ਪ੍ਰਾਪਤ ਕਰਨੇ ਪੈਣਗੇ। ਸੋ ਇਸ ਟਰਮ ਦਾ ਡੈਰੀਵੇਟਿਵ ਹੋਵੇਗਾ। ਇੱਥੇ ਪ੍ਰੋਡਕਟ ਰੂਲ ਲਾਗੂ ਹੋਵੇਗਾ, ਇਸ ਲਈ x ਦਾ ਡੈਰੀਵੇਟਿਵ 1 ਹੈ ਅਤੇ ਫਿਰ ਸਾਡੇ ਕੋਲ ਬਿਲਕੁਲ ਇਹੋ ਟਰਮ ln 1 ਮਾਈਨਸ 1 ਓਵਰ x ਹੋਵੇਗੀ। ਫਿਰ ਪਲੱਸ ਜਿਸ ਦਾ ਅਸੀਂ ਹੁਣੇ ਮੁਲਾਂਕਣ ਕੀਤਾ ਹੈ x ਉਸ ਦਾ ਡੈਰੀਵੇਟਿਵ ਰਹੇਗਾ ਇਸ ਤੋਂ ਪਹਿਲਾਂ x ਓਵਰ x ਮਾਈਨਸ 1 ਅਤੇ 1 ਓਵਰ x ਸਕੁਏਅਰ ਅਤੇ ਇਹ x ਇਸ x ਨੂੰ ਸਕੁਏਅਰ ਬਣਾਉਂਦਾ ਹੈ ਅਤੇ ਦੁਬਾਰਾ ਇੱਥੇ x ਓਵਰ x ਮਾਈਨਸ 1 1 ਓਵਰ x ਸਕੁਏਅਰ ਹੈ। ਇਸ ਕੇਸ ਵਿੱਚ ਇਹ 0 ਹੈ ਅਤੇ ਫਿਰ ਇੱਥੇ ਇਹ ਦੁਬਾਰਾ 0 ਹੈ। ਇਸੇ ਤਰ੍ਹਾਂ ਇੱਥੇ ਵੀ 0 ਹੈ, ਇਸ ਲਈ ਸਾਡੇ ਕੋਲ ਦੁਬਾਰਾ 0 ਬਾਏ 0 ਫਾਰਮ ਹੈ ਅਤੇ ਸਾਨੂੰ ਇਸ ਐਕਸਪ੍ਰੈਸ਼ਨ ਤੇ ਫਿਰ ਤੋਂ ਐਲ ਹੌਸਪੀਟਲ ਰੂਲ ਨੂੰ ਲਾਗੂ ਕਰਨ ਦੀ ਲੋੜ ਹੈ, ਇਸ ਲਈ ਇੱਥੇ ਡੈਰੀਵੇਟਿਵ 1 ਓਵਰ x ਮਾਈਨਸ 1 ਹੈ ਜਿਵੇਂ ਪਹਿਲਾਂ ਕੀਤਾ ਗਿਆ ਸੀ। ਸੋ ਅਤੇ ਇਸ ਟਰਮ ਦੇ ਡੈਰੀਵੇਟਿਵ ਜੋ ਕਿ 1 ਓਵਰ x ਮਾਈਨਸ 1 ਹੈ ਜੋ ਮਾਈਨਸ 1 ਓਵਰ x ਮਾਈਨਸ 1 ਆਲ ਸਕੁਏਅਰ ਬਣ ਜਾਏਗਾ। ਇੱਥੇ ਸਾਡੇ ਕੋਲ 1 ਓਵਰ x ਇਨਟੂ x ਮਾਈਨਸ 1 ਹੈ ਤਾਂ ਡੈਰੀਵੇਟਿਵ ਹੋਵੇਗਾ ਮਾਈਨਸ x ਸਕੁਏਅਰ x ਮਾਈਨਸ 1 ਆਲ ਸਕੁਏਅਰ ਅਤੇ ਇਸ x ਇਨਟੂ x ਮਾਈਨਸ 1 ਦਾ ਡੈਰੀਵੇਟਿਵ 2x ਮਾਈਨਸ 1 ਹੋਵੇਗਾ। ਸੋ ਹੁਣ ਦੁਬਾਰਾ ਸਾਨੂੰ ਇਸ ਟਰਮ ਨੂੰ ਥੋੜਾ ਜਿਹਾ ਸਿੰਪਲੀਫਾਈ ਕਰਨ ਦੀ ਲੋੜ ਹੈ ਅਤੇ ਸਾਨੂੰ ਕੀ ਮਿਲੇਗਾ। ਸੋ ਜੇ ਮੈਂ ਇੱਥੇ ਨਿਊਮਰੇਟਰ ਵਿੱਚ x ਸਕੁਏਅਰ ਅਤੇ x ਮਾਈਨਸ 1 ਨੂੰ ਗੁਣਾ ਕਰਾਂ ਤਾਂ ਕੀ ਹੋਏਗਾ? ਅਸੀਂ ਪ੍ਰਾਪਤ ਕਰਾਂਗੇ x ਇਨਟੂ x ਮਾਈਨਸ 1 ਅਤੇ ਫਿਰ ਮਾਈਨਸ x ਸਕੁਏਅਰ ਇੱਥੇ ਨੈਗੇਟਿਵ ਸਾਈਨ ਨਾਲ ਅਤੇ ਫਿਰ ਇਹ 2x ਮਾਈਨਸ 1 ਬਣ ਜਾਏਗਾ। ਸੋ ਇਹ x ਸਕੁਏਅਰ ਦੇ ਨਾਲ ਕੈਂਸਲ ਹੋ ਜਾਵੇਗਾ। ਸਾਡੇ ਕੋਲ ਇਹ 1 ਮਾਈਨਸ x ਅਤੇ ਇਹ ਮਾਈਨਸ ਪਲੱਸ ਹੋ ਜਾਏਗਾ ਤਾਂ x ਓਵਰ 2 ਨੂੰ 2x ਮਾਈਨਸ 1 ਅਤੇ ਫਿਰ ਦੁਬਾਰਾ ਇੱਥੇ 2 ਹੈ, ਇਸ ਲਈ ਅਸੀਂ 2 ਨਾਲ ਡਿਵਾਈਡ ਕਰ ਸਕਦੇ ਹਾਂ ਅਤੇ ਇੱਥੇ ਮਾਈਨਸ 1 ਪਲੱਸ 1 ਹੈ ਤਾਂ ਸਾਡੇ ਕੋਲ ਇਹ 1 ਪਲੱਸ 1 ਓਵਰ 2x ਮਾਈਨਸ 1 ਹੈ ਅਤੇ ਜਦੋਂ x ਗੋਜ਼ ਟੂ ਇਨਫਿਨਿਟੀ ਹੈ ਤਾਂ ਇਹ 1 ਬਣ ਜਾਵੇਗਾ ਅਤੇ ਹਾਫ ਬਚੇਗਾ, ਇਸ ਲਈ ਇਹ ਵੈਲਿਊ ਹਾਫ ਹੋਵੇਗੀ। ਇਸ ਲਈ ਇਹ ਲਿਮਿਟ x ਮਾਈਨਸ 1 ਓਵਰ ln 1 ਮਾਈਨਸ x ਵਜੋਂ ਹਾਫ ਹੈ। ਹੁਣ ਅਸੀਂ 0 ਪਾਵਰ 0 ਇਨਫਿਨਿਟੀ ਪਾਵਰ 0 ਟਾਈਪ ਅਤੇ 1 ਪਾਵਰ ਇਨਫਿਨਿਟੀ ਦੇ ਇਨਡਿਟਰਮੀਨੇਟ ਫਾਰਮ ਵੱਲ ਵਧਾਂਗੇ। ਇਹ ਸਭ ਟਾਈਪ ਦੇ ਲਿਮਿਟਸ ਅਸੀਂ ਇਕੱਠੇ ਹੈਂਡਲ ਕਰ ਸਕਦੇ ਹਾਂ। ਸੋ ਇਸ f(x) ਪਾਵਰ gx ਨੂੰ ਕੰਸੀਡਰ ਕਰਦੇ ਹਾਂ ਜਿੱਥੇ x ਗੋਜ਼ ਟੂ a ਹੈ ਅਤੇ ਮੰਨ ਲਓ ਕਿ ਇਸ f(x) ਅਤੇ gx ਦੀਆਂ ਇਹ ਪ੍ਰਾਪਰਟੀਜ਼ ਹਨ। ਤਾਂ ਪਹਿਲਾ ਇੱਕ f(x) ਗੋਜ਼ ਟੂ 0 ਹੈ ਅਤੇ gx ਗੋਜ਼ ਟੂ 0 ਹੈ। ਸੋ ਸਾਡੇ ਕੋਲ ਇਹ ਲਿਮਿਟ ਇੱਥੇ 0 ਪਾਵਰ 0 ਹੈ। ਦੂਜੇ ਕੇਸ ਵਿੱਚ ਅਸੀਂ f(x) ਗੋਜ਼ ਟੂ 0 ਅਤੇ ਇਹ gx ਗੋਜ਼ ਟੂ 0 ਨੂੰ ਕੰਸੀਡਰ ਕਰਾਂਗੇ। ਇਸ ਕੇਸ ਵਿੱਚ ਸਾਡੇ ਕੋਲ ਇਨਫਿਨਿਟੀ ਬਾਏ ਇਨਫਿਨਿਟੀ ਪਾਵਰ 0 ਫਾਰਮ ਹੈ ਅਤੇ ਤੀਜੇ ਕੇਸ ਵਿੱਚ ਅਸੀਂ f(x) ਗੋਜ਼ ਟੂ 1 ਲੈਂਦੇ ਹਾਂ ਤਾਂ ਸਾਡੇ ਕੋਲ ਇੱਥੇ 1 ਹੈ ਅਤੇ ਇਹ gx ਗੋਜ਼ ਟੂ ਇਨਫਿਨਿਟੀ ਹੈ, ਇਸ ਲਈ 1 ਪਾਵਰ ਇਨਫਿਨਿਟੀ ਤੀਜੀ ਫਾਰਮ ਹੈ। ਇਹਨਾਂ ਸਾਰੇ ਕੇਸਾਂ ਵਿੱਚ ਅਸੀਂ ਨਵੇਂ ਫੰਕਸ਼ਨ y ਨੂੰ ਕੰਸੀਡਰ ਕਰਦੇ ਹਾਂ ਜੋ f(x) ਪਾਵਰ gx ਹੈ। ਇਹ 1 ਸੋ f(x) ਪਾਵਰ gx ਕਿਸੇ ਵੀ ਕੇਸ ਵਿੱਚ ਜਦੋਂ ਅਸੀਂ ਲਿਮਿਟ ਨੂੰ ln yx ਵਜੋਂ ਲੈਂਦੇ ਹਾਂ ਤਾਂ ਇਹ gx ln f(x) ਬਣ ਜਾਵੇਗਾ ਅਤੇ ਹੁਣ ਉਦਾਹਰਨ ਲਈ ਪਹਿਲਾ ਕੰਸੀਡਰ ਕਰੋ ਜਦੋਂ f(x) ਗੋਜ਼ ਟੂ 0 ਹੁੰਦਾ ਹੈ ਤਾਂ ਇਹ ਗੋਜ਼ ਟੂ ਮਾਈਨਸ ਇਨਫਿਨਿਟੀ ਅਤੇ ਸੋ 0 ਇਨਟੂ ਇਨਫਿਨਿਟੀ ਫਾਰਮ। ਦੂਜੇ ਕੇਸ ਵਿੱਚ ਜਦੋਂ f ਗੋਜ਼ ਟੂ ਇਨਫਿਨਿਟੀ ਤਾਂ ਇਹ ਇਨਫਿਨਿਟੀ ਬਣ ਜਾਂਦਾ ਹੈ x gx ਅਤੇ gx ਗੋਜ਼ ਟੂ 0 ਤਾਂ ਫਿਰ ਤੋਂ 0 ਇਨਟੂ ਇਨਫਿਨਿਟੀ ਫਾਰਮ। ਤੀਜੇ ਕੇਸ ਵਿੱਚ ਜਦੋਂ f(x) ਗੋਜ਼ ਟੂ 1 ਹੈ ਜਦੋਂ gx ਗੋਜ਼ ਟੂ ਇਨਫਿਨਿਟੀ ਹੈ। ਸੋ ਇਨਫਿਨਿਟੀ ਅਤੇ ln 1 0 ਬਣ ਜਾਣਗੇ ਤਾਂ ਸਾਡੇ ਕੋਲ ਦੁਬਾਰਾ 0 ਇਨਟੂ ਇਨਫਿਨਿਟੀ ਫਾਰਮ ਹੈ। ਸੋ ਇਹਨਾਂ ਸਾਰੇ ਕੇਸਾਂ ਵਿੱਚ ਭਾਵੇਂ f(x) ਗੋਜ਼ ਟੂ 0 gx ਗੋਜ਼ ਟੂ 0 ਮਾਈਨਸ 0 ਪਾਵਰ 0 ਫਾਰਮ ਇਨਫਿਨਿਟੀ ਪਾਵਰ 0 ਫਾਰਮ 1 ਪਾਵਰ ਇਨਫਿਨਿਟੀ ਫਾਰਮ ਹੈ। ਇਹਨਾਂ ਸਭ ਕੇਸਾਂ ਵਿੱਚ ਸਾਡੇ ਕੋਲ 0 ਇਨਟੂ ਇਨਫਿਨਿਟੀ ਫਾਰਮ ਹੈ ਜਦੋਂ ਅਸੀਂ ਇਸ ਐਕਸਪ੍ਰੈਸ਼ਨ ਦਾ ਲੌਗਰਿਦਮਿਕ ਲਵਾਂਗੇ ਅਤੇ ਫਿਰ ਅਸੀਂ ਲਿਮਿਟ ਲੈਂਦੇ ਹਾਂ ਤਾਂ ਇੱਥੇ ਲਿਮਿਟ ਲੈਂਦੇ ਹੋਏ ਇਹ ln ਬਣ ਜਾਵੇਗਾ ਅਤੇ ਕਿਉਂਕਿ ਇਹ ਕੰਟੀਨਿਊਅਸ ਫੰਕਸ਼ਨ ਹੈ ਤਾਂ ਅਸੀਂ ਇਸ ਲਿਮਿਟ ਨੂੰ ਆਰਗੂਮੈਂਟ ਤੱਕ ਲਿਆ ਸਕਦੇ ਹਾਂ। ਇੱਥੇ l ਲਿਮਿਟ x ਗੋਜ਼ ਟੂ a yx
ਅਤੇ ਇਹ ਇਕੁਅਲ ਬਰਾਬਰ ਹੈ ਲਿਮਿਟ x goes to a g x into ln f x। ਅਤੇ ਹੁਣ ਇੱਥੇ ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇਹ ਸਿਫਰ ਇਨਟੂ ਇਨਫਿਨਿਟੀ ਫਾਰਮਸ ਹਨ ਜਿਨ੍ਹਾਂ ਨੂੰ ਅਸੀਂ ਪਹਿਲਾਂ ਵਾਲੇ ਤਰੀਕੇ ਨਾਲ ਹੱਲ ਕਰ ਸਕਦੇ ਹਾਂ ਅਤੇ ਮੰਨ ਲਓ ਕਿ ਇਹ ਲਿਮਿਟ L ਹੈ। ਇੱਕ ਵਾਰ ਜਦੋਂ ਅਸੀਂ ਇਸ ਲਿਮਿਟ ਨੂੰ ਕੰਪਿਊਟ ਕਰ ਲੈਂਦੇ ਹਾਂ ਅਤੇ ਅਸੀਂ ਇਹ ਐਲਗੋਰਿਦਮ ਐਕਸਪੋਨੈਂਸ਼ੀਅਲ ਨੂੰ ਦੋਵੇਂ ਪਾਸੇ ਲੈ ਸਕਦੇ ਹਾਂ ਤਾਂ ਜੋ ਇਸ ਲਿਮਿਟ x goes to a y x ਨੂੰ ਪ੍ਰਾਪਤ ਕਰ ਸਕੀਏ ਕਿਉਂਕਿ ਇੱਥੇ ਇਹ ਲੋੜੀਂਦੀ ਲਿਮਿਟ ਸੀ a y x ਸੀ। ਸੋ ਲਿਮਿਟ x goes to a y x ਇਸ ਨੰਬਰ L ਦਾ ਐਕਸਪੋਨੈਂਸ਼ੀਅਲ ਬਣ ਜਾਵੇਗਾ ਤਾਂ ਜੋ ਅਸੀਂ ਵੇਖਿਆ ਹੈ ਕਿ ਇਹ ਸਭ ਟਾਈਪਸ 0 ਪਾਵਰ 0 ਇਨਫਿਨਿਟੀ ਪਾਵਰ 0 ਅਤੇ 1 ਪਾਵਰ ਇਨਫਿਨਿਟੀ ਇਹ ਫੰਕਸ਼ਨ y ਦੇ ਐਲਗੋਰਿਦਮ ਨੂੰ ਲੈ ਕੇ ਹੈਂਡਲ ਕੀਤਾ ਜਾ ਸਕਦਾ ਹੈ ਜਿਸ ਨੂੰ ਅਸੀਂ ਇੱਥੇ ਮੰਨ ਲਿਆ ਹੈ f(x) ਪਾਵਰ gx। ਹੁਣ ਆਓ ਅਸੀਂ ਉਦਾਹਰਨ ਲੈਂਦੇ ਹਾਂ x ਪਾਵਰ x ਅਤੇ x goes to 0। ਸੋ ਇਸ ਕੇਸ ਵਿੱਚ ਜਿਵੇਂ ਕਿ ਦੱਸਿਆ ਸੀ y(x) ਨੂੰ x ਪਾਵਰ x ਦੇ ਇਕੁਅਲ ਲੈਂਦੇ ਹਾਂ ਅਸੀਂ x ਪਾਵਰ x ਨੂੰ y ਮੰਨ ਲਵਾਂਗੇ ਅਤੇ ਫਿਰ ਇੱਥੇ ਐਲਗੋਰਿਦਮਕ ਲਓ ਤਾਂ log y ਇੱਥੇ x ln x ਬਣ ਜਾਵੇਗਾ ਅਤੇ ਇਸ ਕੇਸ ਵਿੱਚ ਸੋ ਸਾਡੇ ਕੋਲ ਹੁਣ x ln x ਦੀ ਲਿਮਿਟ ਹੈ ਤਾਂ ਸਾਡੇ ਕੋਲ ਇਨਫਿਨਿਟੀ ਇਨਟੂ 0 ਫਾਰਮ ਹੈ ਜਿਸ ਬਾਰੇ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਇਸ ਲਈ ਅਸੀਂ ਇਸ ਨੂੰ ਇਨਫਿਨਿਟੀ ਬਾਏ ਇਨਫਿਨਿਟੀ ਫਾਰਮ ਵਿੱਚ ਲਿਆਵਾਂਗੇ ਤਾਂ ln x ਅਤੇ 1 ਓਵਰ x ਅਤੇ ਹੁਣ ਇੱਥੇ ਐਲ ਹੌਸਪੀਟਲ ਰੂਲ ਲਾਗੂ ਕਰੋ ਇਸ ਲਈ ln x 1 ਓਵਰ x ਦੇਗਾ ਅਤੇ ਇੱਥੇ -1 ਓਵਰ x ਸਕੁਏਅਰ ਜੋ ਕਿ x ਹੋਵੇਗਾ ਇੱਥੇ x goes to 0 ਤਾਂ ਇਹ 0 ਹੋ ਜਾਵੇਗਾ ਅਤੇ ਫਿਰ ਦੋਵੇਂ ਪਾਸੇ ਦੇ ਐਕਸਪੋਨੈਂਸ਼ੀਅਲ ਨੂੰ ਲੈਣ ਤੇ ਤਾਂ ਅਸੀਂ ਪ੍ਰਾਪਤ ਕਰਾਂਗੇ ਲਿਮਿਟ y ਇਕੁਅਲ ਹੈ ਐਕਸਪੋਨੈਂਸ਼ੀਅਲ ਪਾਵਰ 0 ਦੇ ਜੋ ਕਿ ਇੱਕ ਹੋਰ ਉਦਾਹਰਨ ਹੈ ਜੇ ਅਸੀਂ ਇੱਥੇ cos x ਪਾਵਰ 1 ਓਵਰ x ਨੂੰ ਕੰਸੀਡਰ ਕਰਦੇ ਹਾਂ ਜੋ ਕਿ 1 ਪਾਵਰ ਇਨਫਿਨਿਟੀ ਹੈ ਤਾਂ cos x goes to 1 ਅਤੇ 1 ਓਵਰ x goes to ਇਨਫਿਨਿਟੀ ਹੈ। ਸੋ ਸਾਡੇ ਕੋਲ 1 ਪਾਵਰ ਇਨਫਿਨਿਟੀ ਫਾਰਮ ਹੈ ਅਤੇ ਸਿਮਿਲਰ ਪ੍ਰੋਸੈਸ ਹੈ ਇਸ ਲਈ ਅਸੀਂ y ਨੂੰ cos x ਪਾਵਰ 1 ਓਵਰ x ਲੋਗੈਰਿਦਮਿਕ ਲੈਂਦੇ ਹਾਂ ਸੋ log y ln cos x ਓਵਰ x ਹੋ ਜਾਵੇਗਾ ਅਤੇ ਹੁਣ ਇਹ log 1 ਹੈ ਅਤੇ ਇੱਥੇ ਦੁਬਾਰਾ goes to 0 ਹੈ ਤਾਂ 0 ਬਾਏ 0 ਫਾਰਮ। ਇੱਕ ਵਾਰ ਜਦੋਂ ਅਸੀਂ ਲਿਮਿਟ ਲੈ ਲੈਂਦੇ ਹਾਂ ਤਾਂ ਅਸੀਂ ਐਲ ਹੌਸਪੀਟਲ ਰੂਲ ਨੂੰ ਲਾਗੂ ਕਰਾਂਗੇ ਤੇ ਇੱਥੇ ln cos x ਦਾ ਡੈਰੀਵੇਟਿਵ ਲਵਾਂਗੇ ਜੋ ਕਿ 1 ਓਵਰ cos x ਹੋਵੇਗਾ ਅਤੇ ਇਹ cos x ਦਾ ਡੈਰੀਵੇਟਿਵ ਮਾਈਨਸ sin x ਡਿਵਾਈਡਿਡ ਬਾਏ 1 ਦਾ ਡੈਰੀਵੇਟਿਵ ਜੋ ਕਿ 1 ਹੈ ਤਾਂ ਇੱਥੇ -10x goes to 0 ਹੈ ਤਾਂ ਇਹ 0 ਹੋ ਜਾਂਦਾ ਹੈ। ਸੋ ਸਾਡੇ ਕੋਲ ਇਹ ਲਿਮਿਟ 0 ਹੈ ਅਤੇ ਫਿਰ ਦੋਵੇਂ ਪਾਸੇ ਇਸ ਐਕਸਪੋਨੈਂਸ਼ੀਅਲ ਨੂੰ ਲੈਣ ਤੇ ਅਸੀਂ ਉਹ ਲਿਮਿਟ y ਪ੍ਰਾਪਤ ਕਰਾਂਗੇ ਜੋ ਇੱਥੇ ਲੋੜੀਂਦਾ ਫੰਕਸ਼ਨ cos x ਪਾਵਰ 1 ਓਵਰ x ਜੋ goes to 1 ਹੈ। ਅੰਤ ਵਿੱਚ ਅਸੀਂ ਇਸ ਲਿਮਿਟ ਦੀ ਇੱਕ ਹੋਰ ਉਦਾਹਰਨ ਨੂੰ ਕੰਸੀਡਰ ਕਰਦੇ ਹਾਂ ਜੋ 1 ਓਵਰ sin x ਅਤੇ 1 ਓਵਰ ln x goes to 0 ਹੈ। ਸੋ ਸਾਡੇ ਕੋਲ ਇਨਫਿਨਿਟੀ ਪਾਵਰ 0 ਫਾਰਮ ਹੈ ਅਤੇ ਦੁਬਾਰਾ ਇੱਥੇ ਲਿਮਿਟ ਲੈਣ ਤੇ ਜਾਂ ਐਲਗੋਰਿਦਮਕ ਲੈਣ ਤੇ ਸਾਨੂੰ ln y ਇਕੁਅਲ 1 ਬਟਾ ln sin x ਮਿਲੇਗਾ। ਸੋ ਇੱਥੇ ਇਹ 1 ਓਵਰ ln x goes to 0 ਬਣ ਜਾਵੇਗਾ। ਸੋ ਇਨਫਿਨਿਟੀ ਤਾਂ ਇਹ 0 ਹੈ ਅਤੇ ਫਿਰ ਇੱਥੇ ln ਇਨਫਿਨਿਟੀ ਤਾਂ ਇਹ 0 ਇਨਟੂ ਇਨਫਿਨਿਟੀ ਫਾਰਮ ਹੈ ਅਤੇ ਫਿਰ ਅਸੀਂ ਇਸ ਨੂੰ ਦੁਬਾਰਾ ਲੋਗੈਰਿਦਮਿਕ ਲੈਂਦੇ ਹੋਏ ਲਿਖ ਸਕਦੇ ਹਾਂ ਮੈਂ ਹੁਣ ਲਿਮਿਟ ਲੈ ਰਿਹਾ ਹਾਂ ਤਾਂ ਇਹ 1 ਓਵਰ ln x ਅਤੇ ln 1 ਓਵਰ sin x ਇੱਥੇ ਇਨਫਿਨਿਟੀ ਹੈ ਸੋ ln ਇਨਫਿਨਿਟੀ ਅਤੇ ਡਿਵਾਈਡਿਡ ਬਾਏ ln x ਤਾਂ ਇਹ ਵੀ ਇਨਫਿਨਿਟੀ ਹੋਏਗਾ ਸੋ ਸਾਡੇ ਕੋਲ ਇਨਫਿਨਿਟੀ ਬਾਏ ਇਨਫਿਨਿਟੀ ਹੈ ਤਾਂ ਨਿਊਮਰੇਟਰ ln 1 ਓਵਰ sin x ਹੈ ਅਤੇ ਡਿਨੋਮੀਨੇਟਰ nl x ਹੈ। ਹੁਣ ਅਸੀਂ ਐਲ ਹੌਸਪੀਟਲ ਰੂਲ ਲਾਗੂ ਕਰ ਸਕਦੇ ਹਾਂ ਸੋ ਇੱਥੇ ln 1 ਓਵਰ sin x ਦਾ ਡੈਰੀਵੇਟਿਵ sin x ਅਤੇ 1 ਓਵਰ sin x ਦਾ ਡੈਰੀਵੇਟਿਵ ਮਾਈਨਸ 1 ਓਵਰ sin ਸਕੁਏਅਰ x ਅਤੇ sin x ਦਾ ਡੈਰੀਵੇਟਿਵ cos x ਹੋਵੇਗਾ ਸੋ ਇਹ ਨਿਊਮਰੇਟਰ ਟਰਮ ਦਾ ਡੈਰੀਵੇਟਿਵ ਹੈ ln 1 ਓਵਰ sin x ਅਤੇ ਫਿਰ ln x 1 ਓਵਰ x ਦੇਵੇਗਾ। ਹੁਣ ਅਸੀਂ ਇਸ ਨੂੰ ਸਿੰਪਲੀਫਾਈ ਕਰ ਸਕਦੇ ਹਾਂ ਤਾਂ ਸਾਡੇ ਕੋਲ cos x ਓਵਰ sin x ਟਰਮ ਹੈ ਅਤੇ ਫਿਰ x ਉੱਥੇ ਤਾਂ x cos x ਓਵਰ sin x ਅਤੇ ਅਸੀਂ ਜਾਣਦੇ ਹਾਂ ਕਿ x sin x ਇਹ ਲਿਮਿਟ 0 ਤੇ ਜਾਂਦਾ ਹੈ ਜੋ 1 ਹੋ ਜਾਂਦੀ ਹੈ ਅਤੇ ਫਿਰ cos 0 ਵੀ 1 ਹੋ ਜਾਂਦਾ ਹੈ।
ਇਸ ਲਈ ਸਾਡੇ ਕੋਲ a ਮਾਈਨਸ 1 ਹੈ ਅਤੇ ਫਿਰ ਦੋਵੇਂ ਪਾਸੇ ਐਕਸਪੋਨੈਂਸ਼ੀਅਲ ਲੈਣ ਤੇ ਅਸੀਂ ਪ੍ਰਾਪਤ ਕਰਾਂਗੇ ln x goes to 0 y ਜੋ ਐਕਸਪੋਨੈਂਸ਼ੀਅਲ ਮਾਈਨਸ 1 ਹੈ। ਅਸੀਂ ਹਰੇਕ ਟਾਈਪ ਦੀ ਘੱਟੋ ਘੱਟ ਇੱਕ ਉਦਾਹਰਨ ਨੂੰ ਕੰਸੀਡਰ ਕੀਤਾ ਹੈ ਅਤੇ ਇਹ ਇਸ ਲੈਕਚਰ ਦੀ ਤਿਆਰੀ ਲਈ ਵਰਤੇ ਗਏ ਰੈਫਰੈਂਸਜ਼ ਹਨ। ਜੋ ਅਸੀਂ ਅੱਜ ਸਿੱਖਿਆ ਹੈ ਉਹ ਡਿਟਰਮੀਨੇਟ ਫਾਰਮ ਹੈ ਜਿਵੇਂ 0 ਇਨਟੂ ਇਨਫਿਨਿਟੀ ਇਨਫਿਨਿਟੀ ਇਨਟੂ ਇਨਫਿਨਿਟੀ ਅਤੇ ਇਹ ਤਿੰਨੇ ਜੋ ਸਾਰੇ ਕੇਸਾਂ ਵਿੱਚ ਲੋਗੈਰਿਦਮਿਕ ਫੰਕਸ਼ਨ ਦੀ ਵਰਤੋਂ ਕਰਦੇ ਹਨ। ਅਸੀਂ ਐਲ ਹੋਸਪਿਟਲ ਰੂਲ ਦੀ ਵਰਤੋਂ ਕੀਤੀ ਹੈ ਜੋ ਕਹਿੰਦਾ ਹੈ ਕਿ ਦੋ ਫੰਕਸ਼ਨਾਂ ਦੇ ਅਨੁਪਾਤ ਦੇ ਲਿਮਿਟਸ ਜਦੋਂ ਉਹ 0/0 ਜਾਂ ਇਨਫਿਨਿਟੀ ਫਾਰਮ ਵਿੱਚ ਹਨ ਤਾਂ ਉਹ ਡੈਰੀਵੇਟਿਵਜ਼ ਅਨੁਪਾਤ ਦੀ ਲਿਮਿਟ ਦੇ ਇਕੁਅਲ ਬਰਾਬਰ ਹੋਣਗੇ। ਐਲ ਹੋਸਪਿਟਲ ਜੋ ਕਿ ਬਹੁਤ ਹੀ ਲਾਭਦਾਇਕ ਰੂਲ ਸੀ ਅਤੇ ਅਸੀਂ ਇੱਕੋ ਕਨਸੈਪਟ ਦੀ ਮਦਦ ਨਾਲ ਇਹਨਾਂ ਸਾਰੇ ਟਾਈਪਸ ਦੇ ਇਨਡਿਟਰਮੀਨੇਟ ਫਾਰਮਸ ਨੂੰ ਹੈਂਡਲ ਕੀਤਾ ਹੈ। ਸੋ ਇੱਥੇ ਲੈਕਚਰ ਖਤਮ ਹੁੰਦਾ ਹੈ। ਧੰਨਵਾਦ।